ਸਾਡੀ ਬਦਕਿਸਮਤੀ ਇਹੋ ਆ ਕਿ ਖੰਜਰ ਉਹੀ ਰਹਿੰਦਾ, ਹੱਥ ਬਦਲ ਜਾਂਦੇ ਨੇ 5 ਸਾਲ ਬਾਅਦ, ਚਾਹੇ ਪੰਜਾਬ ਆ ਚਾਹੇ ਹਰਿਆਣਾ। ਪੰਜਾਬ ਦੇ ਜਿਹੜੇ ਕਿਸਾਨ ਆ ਹਰਿਆਣੇ ਤੋਂ ਮੁੱਲ ਯੂਰੀਆ ਲਿਆ ਰਹੇ ਆ। ਖੱਟਰ ਦਾ ਬਿਆਨ ਆਉਂਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਨਾ ਦਿੱਤਾ ਜਾਵੇ, ਜਿਹੜੇ ਮੁੱਲ ਵੀ ਲੈ ਕੇ ਜਾਂਦੇ ਆ, ਤੇ ਸਾਡੇ ਵਾਲੇ ਜਿਹੜੇ ਆ ਉਹ ਪਾਣੀ ਫ੍ਰੀ ਦੇਣ ਨੂੰ ਫਿਰਦੇ ਸੀ। ਮੈਂ ਜੋ ਸਮਝਦਾ ਕਿ ਇਹ ਜਿਹੜਾ ਖੱਟਰ ਆ ਨਾ, ਇਹ ਤੇ ਜਿਵੇਂ ਉਹ ਹੁੰਦੇ ਆ ਨਾ, ਮਤਲਬ ਕਿ ਲਾ ਲਓ ਕਿ ਲੱਲੂ ਪੱਲੂ ਜੇ ਐਕਟਰ ਹੁੰਦੇ ਆ ਜਿਹੜੇ ਥਰਡ ਕਲਾਸ, ਇਹ ਥਰਡ ਕਲਾਸ ਐਕਟਰ ਆ। ਇਸ ਰੰਗਮੰਚ ਦਾ ਅਸਲ ਦੇ ਵਿੱਚ ਸਕ੍ਰਿਪਟ ਜਿਹੜੀ ਆ ਉਹ ਦਿੱਲੀ ਵਾਲਿਆਂ ਨੇ ਲਿਖੀ ਆ। ਜ਼ਿੰਦਾਬਾਦ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਪੰਜਾਬ ਹਰਿਆਣੇ ਬਾਰਡਰ ਦੇ ਉੱਤੇ ਡੂਮ ਵਾਲੀ ਬਾਰਡਰ 'ਤੇ ਅਸੀਂ ਮੌਜੂਦ ਹਾਂ। ਵੱਡੀ ਤਾਦਾਦ ਦੇ ਵਿੱਚ ਕਿਸਾਨ ਜਿਹੜੇ ਆ ਇੱਥੇ ਪਹੁੰਚ ਚੁੱਕੇ ਨੇ, ਪਹੁੰਚ ਰਹੇ ਨੇ। ਅੱਜ 26 ਨਵੰਬਰ ਹੈ। 26 ਨਵੰਬਰ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਦਿੱਲੀ ਵੱਲ ਜਿਹੜਾ ਆ ਕੂਚ ਕੀਤਾ ਜਾਊਗਾ। ਮੇਰੇ ਨਾਲ ਉੱਘੇ ਪੱਤਰਕਾਰ ਬਾਈ ਮਿੰਟੂ ਗੁਰੂਸਰੀਆ ਜੀ ਮੌਜੂਦ ਨੇ। ਬਾਈ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤਾਂ ਮਿੰਟੂ ਬਾਈ, ਕਿਤੇ ਨਾ ਕਿਤੇ ਪੰਜਾਬ ਨਾਲ ਸ਼ੁਰੂ ਤੋਂ ਜਿਹੜਾ ਧੱਕਾ ਹੁੰਦਾ ਆਇਆ, ਅੱਜ ਹਰਿਆਣੇ ਦੀ ਗੌਰਮੈਂਟ ਜਿਹੜੀ ਆ ਬਾਰਡਰ ਸੀਲ ਕਰੀ ਬੈਠੀ ਹੈ ਕਿ ਦਿੱਲੀ ਜਾਣ ਨਹੀਂ ਦਿੱਤਾ ਜਾਊਗਾ। ਲੱਗਦਾ ਵੀ ਅੱਜ ਵੀ ਜੋ ਪਹਿਲਾਂ ਹੋ ਰਿਹਾ ਸੀ, ਜੋ 66 'ਚ ਹੋਇਆ ਪੰਜਾਬੀ ਸੂਬੇ ਮੋਰਚੇ ਵੇਲੇ, ਜਾਂ ਉਸ ਤੋਂ ਬਾਅਦ ਸੰਨ 73 ਦੇ ਵਿੱਚ ਹੁੰਦਾ ਨੈਸ਼ਨਲ ਏਸ਼ੀਅਨ ਗੇਮਸ ਹੁੰਦੀਆਂ, ਉਦੋਂ ਵੀ ਪੰਜਾਬ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ। ਲੱਗਦਾ ਵੀ ਉਹੀ ਮਾਨਸਿਕਤਾ ਜਿਹੜੇ ਹਾਕਮਾਂ ਦੀ? ਨਹੀਂ ਦੇਖੋ, ਮਾਨਸਿਕਤਾ ਇਹਨਾਂ ਦੀ ਬਦਲੀ ਹੋਈ ਨਹੀਂ ਹੈ। ਉਹ 1982 ਦੀ ਗੱਲ ਹੈ, ਔਰ ਉਦੋਂ ਵੀ ਨਵੰਬਰ ਮਹੀਨਾ ਸੀਗਾ। ਉਸ ਵੇਲੇ ਵੀ ਨਵੰਬਰ ਮਹੀਨਾ ਸੀ, ਉਸ ਵੇਲੇ ਵੀ ਇਹੀ ਬਾਰਡਰ ਸੀਗੇ। ਔਰ ਉਹਦੇ ਵਿੱਚ ਕੀ ਸੀਗਾ ਕਿ ਉਸ ਵੇਲੇ ਅਕਾਲੀਆਂ ਦੀ ਕਾਲ ਸੀਗੀ। ਜਦ ਅਕਾਲੀਆਂ ਦੀ ਕਾਲ ਸੀਗੀ ਤਾਂ ਜਦੋਂ ਉੱਥੇ ਜਾਣੇ ਸ਼ੁਰੂ ਹੋਏ ਪੰਜਾਬੀ ਬੰਦੇ ਜਾਂ ਆਪਣੇ ਸਿੱਖ ਭੈਣ ਭਰਾ, ਤਾਂ ਉਸ ਵੇਲੇ ਪੱਗਾਂ ਲਵਾ ਕੇ ਤਲਾਸ਼ੀ ਲਈ ਗਈ। ਉਹ ਜ਼ਖਮ ਹਾਲੇ ਅੱਲੇ ਆ ਇਤਿਹਾਸ ਦੇ ਝਰੋਖੇ 'ਚੋਂ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖੋਗੇ ਤਾਂ ਹੁਣ ਉਹਨਾਂ ਨੂੰ ਕੁਰੇਦ ਦਿੱਤਾ ਗਿਆ, ਕੋਈ ਫਰਕ ਨਹੀਂ ਪਿਆ। ਉਹ ਕੁਰੇਦਣ ਵਾਲੀ ਛੁਰੀ ਉਦੋਂ ਭਜਨ ਲਾਲ ਕੋਲ ਸੀਗੀ, ਜਿਹਨੇ 66 ਵੇਲੇ ਤੋਂ ਲੈ ਕੇ ਜਾਂ ਉਹ ਤੋਂ ਪਿੱਛੇ ਤੋਂ ਲੈ ਕੇ ਜ਼ਖਮ ਜਿਹੜੇ ਕੀਤੇ ਸੀ ਕੁਰੇਦੇ, ਉਹ ਛੁਰੀ ਹੁਣ ਖੱਟਰ ਕੋਲੇ ਆ ਗਈ ਆ। ਹੱਥ ਹੀ ਬਦਲੇ ਆ। ਸਾਡੀ ਬਦਕਿਸਮਤੀ ਇਹੋ ਆ ਕਿ ਖੰਜਰ ਉਹੀ ਰਹਿੰਦਾ, ਹੱਥ ਬਦਲ ਜਾਂਦੇ ਨੇ 5 ਸਾਲ ਬਾਅਦ, ਚਾਹੇ ਪੰਜਾਬ ਆ ਚਾਹੇ ਹਰਿਆਣਾ। ਪਰ ਸਭ ਤੋਂ ਵੱਡਾ ਲਾਂਭਾ ਤੇ ਨਾਲ ਚਟਾਲਾ ਪਿੰਡ ਹੈ, ਸ਼ਾਇਦ ਤੁਹਾਨੂੰ ਪਤਾ ਹੋਊਗਾ, ਬਿੱਲੂ ਰਾਂਕਾ ਸ਼ੋਰਾ ਹੈ ਦੁਸ਼ਯੰਤ। ਸਭ ਤੋਂ ਵੱਡਾ ਵਸਾਘਾਤ ਕਿਸਾਨਾਂ ਨਾਲ ਉਸ ਬੰਦੇ ਨੇ ਕੀਤਾ, ਕਿ ਮਤਲਬ ਕਿ ਆਪਣੇ ਸਿਆਸੀ ਹਿੱਤਾਂ ਵਾਸਤੇ ਉਹ ਉਸ ਸਰਕਾਰ ਦਾ ਹਿੱਸਾ ਬਣ ਬੈਠਾ ਹੈ, ਜਿਸ ਸਰਕਾਰ ਦਾ ਦਮਨ ਚੱਕਰ ਉਹਨਾਂ ਕਿਸਾਨਾਂ 'ਤੇ ਚੱਲ ਰਿਹਾ, ਜਿਨ੍ਹਾਂ ਕਿਸਾਨਾਂ ਨੇ ਇਸ ਪਰਿਵਾਰ ਨੂੰ ਇੱਥੋਂ ਤੱਕ ਪਹੁੰਚਾਇਆ ਵਾ। ਸੋ ਉਹ ਦੋਨੇ ਜਿਹੜੇ ਆ ਨਾ, ਇਸ ਵੇਲੇ ਅਸੀਂ ਜ਼ਿਆਦਾਤਰ ਅਸੀਂ ਖੱਟਰ ਨੂੰ ਲੱਕੋ ਲੈ ਰਹੇ ਹਾਂ, ਪਰ ਦੁਸ਼ਯੰਤ ਨੂੰ ਛੱਡ ਰਹੇ। ਮੇਰੇ ਖਿਆਲ ਦੇ ਨਾਲ ਦੁਸ਼ਯੰਤ ਅੱਜ ਵੀ ਲੱਤ ਮਾਰ ਦੇਵੇ ਤੇ ਸਾਰਾ ਕੁਝ ਬਦਲ ਜਾਊਗਾ, ਔਰ ਉਹਦੇ ਨਾਲ ਇੰਨਾ ਦਬਾਅ ਬਣ ਜੂ ਸੈਂਟਰ ਤੇ ਜਾਂ ਭਾਜਪਾ ਤੇ ਕਿ ਆਹ ਚੀਜ਼ਾਂ ਸ਼ਾਇਦ ਘਟ ਜਾਣਗੀਆਂ। ਤਾਂ ਮਿੰਟੂ ਬਾਈ, ਪਿਛਲੇ ਦਿਨੀ ਬਠਿੰਡਾ ਦੇ ਵਿੱਚ ਧਰਨਾ ਲੱਗਦਾ, NFL ਦੇ ਅੱਗੇ ਧਰਨਾ ਲੱਗਦਾ। ਪੰਜਾਬ ਦੇ ਜਿਹੜੇ ਕਿਸਾਨ ਆ ਹਰਿਆਣੇ ਤੋਂ ਮੁੱਲ ਯੂਰੀਆ ਲਿਆ ਰਹੇ ਆ। ਖੱਟਰ ਦਾ ਬਿਆਨ ਆਉਂਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਨਾ ਦਿੱਤਾ ਜਾਵੇ, ਜਿਹੜੇ ਮੁੱਲ ਵੀ ਲੈ ਕੇ ਜਾਂਦੇ ਆ, ਤੇ ਸਾਡੇ ਵਾਲੇ ਜਿਹੜੇ ਆ ਉਹ ਪਾਣੀ ਫ੍ਰੀ ਦੇਣ ਨੂੰ ਫਿਰਦੇ ਸੀ। ਨਹੀਂ ਦੇਖੋ, ਉਹ ਚਲੋ ਜਿਹੜੀ ਹੈਗੀ ਆ 7ਵੀਂ ਸੂਚੀ ਆ, 7ਵੀਂ ਸੂਚੀ ਦੇ ਵਿੱਚ ਜੋ ਸਟੇਟਾਂ ਦੇ ਅਧਿਕਾਰ ਖੇਤਰ, ਉਹਦੇ ਮੁਤਾਬਕ ਤੁਸੀਂ ਫੈਸਲਾ ਲੈ ਸਕਦੇ ਹੋ। ਪਰ ਗੱਲ ਇਹ ਆ ਕਿ ਜੋ ਤੁਸੀਂ ਕਰ ਰਹੇ ਹੋ, ਜਿੱਦਾਂ ਤੁਸੀਂ ਕਿਹਾ ਕਿ ਖਾਦ ਨਹੀਂ, ਔਰ ਤੁਸੀਂ ਪੋਰਟਲ ਬਣਾ ਦਿੱਤਾ ਕਿ ਫਸਲ ਵੇਚਣ ਲਈ ਵੀ ਬਾਹਰਲਾ ਕਿਸਾਨ ਨਹੀਂ ਆ ਸਕਦਾ। ਜੇ ਇਹ ਪੰਜਾਬ ਕਰੇ, ਫਿਰ ਸਾਡੇ ਇੱਥੇ ਝੋਨੇ ਦੀ ਜਿਹੜੀ ਪੈਦਾਵਾਰ ਆ ਉਹ ਮਹਿਜ਼ ਮੇਰੇ ਖਿਆਲ ਦੇ ਨਾਲ ਲਾ ਲਓ 150, ਜਾਂ ਪਿਛਲੀ ਵਾਰੀ 150 ਸੀ, ਐਤਕੀ ਲਾ ਲਓ ਕਿ 10 ਲੱਖ ਟਨ ਐਕਸਟਰਾ ਹੋ ਗਈ ਹੋਏਗੀ। ਝੋਨਾ ਵਿਕਿਆ ਸਾਡੇ ਇੱਥੇ 202 ਲੱਖ ਟਨ। ਇਹਦਾ ਮਤਲਬ ਕਿ ਐਕਸਟਰਾ ਝੋਨਾ ਆਇਆ। ਜੇ ਅਸੀਂ ਉਹ ਕੰਮ ਕਰ ਦਈਏ, ਫਿਰ ਜੇ ਕੋਈ ਭੈਣ ਭਰਾ ਆ ਕੇ ਯੂਪੀ 'ਚੋਂ, ਜਾਂ ਹਾਲਾਂਕਿ ਉਹ ਚੱਲਦਾ ਤਾਂ ਵੱਡਿਆਂ ਦਾ ਖੇਡ ਹੈ, ਜੇ ਕੋਈ ਛੋਟਾ ਆ ਕੇ ਕਿਸਾਨ ਵੇਚ ਲੈਂਦਾ ਰਾਜਸਥਾਨ ਜਾਂ ਹਰਿਆਣੇ 'ਚੋਂ ਆ ਕੇ, ਸਾਨੂੰ ਉਹਦੇ ਨਾਲ ਕੋਈ ਤਕਲੀਫ ਨਹੀਂ ਹੈ। ਸਾਨੂੰ ਕੋਈ ਤਕਲੀਫ, ਹਾਂ, ਸਾਡਾ ਝੋਨਾ ਚੁੱਕਿਆ ਜਾਵੇ, ਉਸ ਤੋਂ ਬਾਅਦ ਜਿੰਨਾ ਮਰਜ਼ੀ ਕੋਈ ਵੇਚ ਲਵੇ। ਪਰ ਜੇ ਕੱਲ੍ਹ ਨੂੰ ਅਸੀਂ ਇਹ ਕੰਮ ਕਰ ਦਈਏ ਕਿ ਪੋਰਟਲ ਬਣਾ ਦੇਵਾਂਗੇ, ਆਧਾਰ ਕਾਰਡ ਲਵਾਂਗੇ, ਜਮ੍ਹਾਂਬੰਦੀ ਲਵਾਂਗੇ, ਫਿਰ ਜਿਹੜੇ ਇਹਨਾਂ ਦੇ ਛੋਟੇ ਮੋਟੇ ਕਿਸਾਨ ਇੱਧਰ ਆਉਂਦੇ ਉਹ ਵੀ ਰੁਕ ਜਾਣਗੇ। ਸੋ ਇਹ ਚੀਜ਼ ਹੁੰਦੀ ਹੈ ਕਿ ਤੁਸੀਂ ਇੱਕ ਐਸੇ ਸੂਬੇ ਦੀ ਨੁਮਾਇੰਦਗੀ ਕਰ ਰਹੇ ਹੋ ਜੋ ਖੁਦ ਖੇਤੀ ਪ੍ਰਧਾਨ ਸੂਬਾ ਹੈ। ਇਹ ਚੀਜ਼ਾਂ ਬਣਦੀਆਂ ਨਹੀਂ। ਠੀਕ ਹੈ, ਤੁਹਾਡਾ ਅਧਿਕਾਰ ਖੇਤਰ ਹੋ ਸਕਦਾ, ਤੁਹਾਨੂੰ ਆਪਣੀ ਸ਼ਾਰਟੇਜ ਦਾ ਡਰ ਹੋ ਸਕਦਾ, ਪਰ ਇਹ ਚੀਜ਼ਾਂ ਇੱਕ ਬਹਾਨਾ ਹੈ। ਸਿਰਫ ਤੇ ਸਿਰਫ ਇਹੋ ਹੀ ਸੀਗਾ ਅਸਲ ਮੰਤਵ ਜਿਹੜਾ ਸੀਗਾ। ਮੈਂ ਜੋ ਸਮਝਦਾ ਕਿ ਇਹ ਜਿਹੜਾ ਖੱਟਰ ਆ ਨਾ, ਇਹ ਤੇ ਜਿਵੇਂ ਉਹ ਹੁੰਦੇ ਆ ਨਾ, ਮਤਲਬ ਕਿ ਲਾ ਲਓ ਕਿ ਲੱਲੂ ਪੱਲੂ ਜੇ ਐਕਟਰ ਹੁੰਦੇ ਆ ਜਿਹੜੇ ਥਰਡ ਕਲਾਸ, ਇਹ ਥਰਡ ਕਲਾਸ ਐਕਟਰ ਆ। ਇਸ ਰੰਗਮੰਚ ਦਾ ਅਸਲ ਦੇ ਵਿੱਚ ਸਕ੍ਰਿਪਟ ਜਿਹੜੀ ਆ ਉਹ ਦਿੱਲੀ ਵਾਲਿਆਂ ਨੇ ਲਿਖੀ ਆ।
ਇਹ ਤੇ ਉਹਦੇ ਤੇ ਲੱਕ ਲਾਉਣ ਡਿਆ, ਠੀਕ ਹੈ ਨਾ। ਅਸਲ ਦੇ ਵਿੱਚ ਜਿਹੜੀ ਸਕ੍ਰਿਪਟ ਆ ਉਹਨਾਂ ਨੇ ਲਿਖ ਕੇ ਭੇਜੀ ਆ, ਇਹਦੀ ਕੀ ਮਜ਼ਾਲ ਆ। ਜਾਨੀ ਜੋ ਇੱਥੇ ਕਰ ਰਹੇ ਆ ਉਹਦੇ ਵਿੱਚ ਨਾ ਇਹਨਾਂ ਦਾ ਬੇਸ਼ੱਕ ਆ, ਪਰ ਕਰ ਇਹ ਸਿੱਧੇ ਤੌਰ ਤੇ ਅਮਿਤ ਸ਼ਾਹ, ਮੋਦੀ, ਡੋਵਾਲ, ਇਹ ਜਿਹੜੀ ਤਿਕੜੀ ਹੈ ਉਹ ਉਹਨਾਂ ਦਾ ਹੀ ਆ ਸਭ ਕੁਝ, ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਅਸੀਂ ਆਰਥਿਕ ਨਾਕਾਬੰਦੀ ਕਰਨੀ ਹੈ। ਹੁਣ ਤਾਂ ਹਾਈਵੇ ਬੰਦੀ ਹੋ ਗਈ, ਕਦੇ ਨੋਟਬੰਦੀ, ਕਦੇ ਆਰਥਿਕ ਨਾਕਾਬੰਦੀ, ਕਦੇ ਹਾਈਵੇ ਬੰਦੀ। ਇਹਨਾਂ ਨੇ ਬੰਦਿਆਂ ਨੂੰ ਬੰਦੀ ਛੱਡ ਕੇ ਬੰਦੀ ਬਣਾ ਦਿੱਤਾ ਕਿ ਤਾਂ ਮਿੰਟੂ ਭਾਈ ਡੈਮੋਕ੍ਰੈਟਿਕ ਢੰਗ ਦੇ ਨਾਲ ਜਿਹੜਾ ਆ ਜਮਹੂਰੀ ਹੱਕ ਆ ਸਾਡੇ ਕੋਲੇ ਵੀ ਅਸੀਂ ਜਿਹੜਾ ਪ੍ਰੋਟੈਸਟ ਕਰ ਸਕਦੇ ਹਾਂ, ਤਾਂ ਪ੍ਰੋਟੈਸਟ ਵੀ ਨਹੀਂ ਕਰਨ ਦੇ ਰਹੇ ਅੱਜ। ਤਾਂ ਇੱਕ ਫੈਡਰਲ ਢਾਂਚੇ ਦੀ ਗੱਲ ਕੀਤੀ ਜਾਂਦੀ ਆ, ਸੂਬੇ ਨੂੰ ਵੱਧ ਅਧਿਕਾਰਾਂ ਦੀ ਮੰਗ ਦੀ ਗੱਲ ਕੀਤੀ ਜਾਂਦੀ ਆ। ਪੰਜਾਬ ਦੇ ਵਿੱਚ 1972 ਦੇ ਵਿੱਚ ਅਨੰਦਪੁਰ ਮਤਾ ਆਉਂਦਾ, ਉਹ ਨਹੀਂ ਜਿਹੜਾ ਮੰਨਿਆ ਜਾਂਦਾ। ਅੱਜ ਕਿਤੇ ਨਾ ਕਿਤੇ ਦੀਪ ਸਿੱਧੂ ਉਸ ਮਤੇ ਦੀ ਗੱਲ ਕਰਦੇ ਨੇ। ਤਾਂ ਪੰਜਾਬ ਲਈ ਕੁਝ ਨਹੀਂ ਹੈਗਾ। ਇਸ ਦੇਸ਼ ਦੀ 80% 90% ਜਨਤਾ ਲਈ ਕੁਝ ਨਹੀਂ ਹੈ। ਮੈਨੂੰ ਦੱਸੋ, ਸੈਕੂਲਰ ਦੇਸ਼ ਹੈ, ਕੀ ਤੁਸੀਂ ਮੰਨਦੇ ਹੋ ਸੈਕੂਲਰ ਦੇਸ਼ ਹੈ ਇਹ? ਜੇ ਸੈਕੂਲਰ ਦੇਸ਼ ਹੈ ਤੇ ਬਿਹਾਰ ਦੇ ਵਿੱਚੋਂ ਕਾਊਂਟ ਕਰੋ ਖਾਂ ਕਿ ਭਾਜਪਾ ਨੇ ਮੁਸਲਮਾਨਾਂ ਨੂੰ ਕਿੰਨੀਆਂ ਟਿਕਟਾਂ ਦਿੱਤੀਆਂ ਨੇ, ਉੱਥੇ ਵਸੋਂ ਦਾ ਤੁਸੀਂ ਅਨੁਪਾਤ ਕੱਢ ਲਓ, ਸਮਝਦੇ ਹੋ ਨਾ। ਫਿਰ ਜੇ ਤੁਸੀਂ ਇਹ ਸੋਚਦੇ ਹੋ ਕਿ ਦੇਸ਼ ਜਿਹੜਾ ਹੈ ਉਹ ਲੋਕਤਾਂਤਰਿਕ ਦੇਸ਼ ਹੈ, ਤਾਂ ਲੋਕਤਾਂਤਰਿਕ ਦੇਸ਼ ਦੇ ਵਿੱਚ ਇਹ ਨਹੀਂ ਹੁੰਦਾ। ਤੁਸੀਂ ਇੱਕ ਸਟੇਟ ਦਾ ਡੈਮ ਬਣਾਉਣੇ ਆ ਤਾਂ ਉਹਦਾ ਅਧਿਕਾਰ ਦੇ ਦਿੰਦੇ ਹੋ ਉਹਨੂੰ, ਚਾਹੇ ਉਹ ਮਹਾਰਾਸ਼ਟਰ ਆ ਚਾਹੇ ਗੁਜਰਾਤ ਆ। ਇੱਕ ਦੋ ਸਟੇਟਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਦੇ 'ਚ ਦਖਲ ਨਹੀਂ ਦੇਣਾ, ਇਹ ਦੋਨੇ ਸਟੇਟਾਂ ਦਾ ਮਸਲਾ ਰਾਈਪੇਰੀਅਨ ਸਿਧਾਂਤ ਦੇ ਮੁਤਾਬਕ ਕਰ ਲਓ। ਤੁਸੀਂ ਚਾਈਨਾ ਨੂੰ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਅਪਰ ਰਾਈਪੇਰੀਅਨ ਸਟੇਟ ਹੋ, ਤੁਸੀਂ ਇਹ ਨਹੀਂ ਕਰ ਸਕਦੇ। ਉਹ ਦਾਅਵਾ ਕਰਦੇ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ, ਤੁਹਾਡਾ ਇਹ ਹੱਕ ਨਹੀਂ ਬਣਦਾ ਕਿ ਤੁਸੀਂ ਡੈਮ ਬਣਾ ਕੇ ਪਾਣੀ ਦਾ ਜਿਹੜਾ ਨੈਚੁਰਲੀ ਵਹਾਅ ਹੈ ਉਹਨੂੰ ਰੋਕੋ। ਪਰ ਪੰਜਾਬ ਵੇਲੇ ਆ ਕੇ ਉਹ ਕੀ ਕਹਿੰਦੇ ਆ, ਉਹ ਕਹਿੰਦੇ ਡੈਮ ਤੇ ਤੁਹਾਡਾ ਕੰਟਰੋਲ ਨਹੀਂ ਹੈ, ਤੁਹਾਡੇ ਜਿਹੜੇ ਬਿਜਲੀ ਵਾਲੇ ਆ, ਮਤਲਬ ਕਿ ਜੋ ਹੈਗੇ ਇੱਥੇ ਪ੍ਰੋਜੈਕਟ ਲੱਗੇ ਆ, ਉਹਨਾਂ ਤੇ ਤੁਹਾਡਾ ਅਧਿਕਾਰ ਨਹੀਂ, ਤੁਹਾਡਾ ਪਾਣੀ ਤੇ ਅਧਿਕਾਰ ਨਹੀਂ ਹੈ। ਕਾਹਦਾ ਫਿਰ ਡੈਮੋਕ੍ਰੈਟਿਕ ਢਾਂਚਾ ਕਾਹਦਾ? ਨਾ ਤਾਂ ਇਹ ਪੂਰਨ ਤੌਰ ਤੇ ਡੈਮੋਕ੍ਰੈਟਿਕ ਢਾਂਚਾ ਹੈ, ਨਾ ਪੂਰਨ ਤੌਰ ਤੇ ਇਹ ਲੋਕਤਾਂਤਰਿਕ, ਨਾ ਇਹ ਧਰਮ ਨਿਰਪੇਖ, ਕੁਛ ਨਹੀਂ ਹੈ। ਸੋ ਇੱਕ ਪੁਚਲਾਵਾ ਹੈ। ਮੇਰੇ ਕਹਿਣ ਦਾ ਮਤਲਬ ਇਹੋ ਹੈ ਕਿ ਇਸ ਦੇਸ਼ ਦੇ ਵਿੱਚ ਫੈਡਰਲ ਸਿਸਟਮ ਦੀ ਸਭ ਤੋਂ ਵੱਡੀ ਜਿਹੜੀ ਧੱਜੀ ਉੱਡੀ ਆ ਉਹ ਇਹ ਆ ਕਿ ਸਾਡਾ 7ਵੀਂ ਸੂਚੀ ਦੀ ਮੈਂ ਜਿਹੜੀ ਗੱਲ ਕੀਤੀ ਆ, ਉਸੇ ਸੂਚੀ ਦੇ ਮੁਤਾਬਕ ਜੇ ਆਪਾਂ ਕਹਿੰਦੇ ਆ ਕਿ ਖਾਦ ਵਾਲਾ ਸਬਜੈਕਟ ਹੈ ਜਿਹੜਾ ਉਹ ਸਟੇਟ ਦਾ ਹੈ, ਚਲੋ ਉਹਨਾਂ ਨੇ ਫੈਸਲਾ ਲੈ ਲਿਆ, ਠੀਕ ਹੈ, ਪਰ ਸਿਧਾਂਤਕ ਤੌਰ ਤੇ ਬਣਦਾ ਨਹੀਂ ਸੀਗਾ। ਅਸੀਂ ਗਵਾਂਢੀ ਸੂਬੇ ਆ, ਬਹੁਤ ਸਾਡੇ ਰੌਲੇ ਹੋ ਸਕਦੇ ਆ, ਗੌਲੇ ਹੋ ਸਕਦੇ, ਪਰ ਇੱਕ ਦੂਜੇ ਦੇ ਸਹਿਯੋਗੀ ਵੀ ਹੋ ਸਕਦੇ ਆ ਕਿਸੇ ਮੌਕੇ 'ਤੇ। ਪਰ 7ਵੀਂ ਸੂਚੀ ਦੇ ਵਿੱਚ ਇਹ ਵੀ ਤਾਂ ਹੈ ਕਿ ਖੇਤੀ ਤੁਹਾਡਾ ਸਟੇਟ ਸਬਜੈਕਟ ਹੈ। ਖੇਤੀ ਤੁਹਾਡਾ ਸਟੇਟ ਸਬਜੈਕਟ ਦਾ ਮਤਲਬ ਇਹ ਆ ਕਿ ਤੁਸੀਂ ਫੈਸਲਾ ਲੈਣਾ ਉਹਦੇ 'ਤੇ। ਪਰ ਉਹਦੇ ਵਿੱਚ ਕੀ ਆ ਕਿ ਕਨਕਰੈਂਟ ਲਿਸਟ ਦੇ ਵਿੱਚ ਸੀਗਾ ਕਿ ਜੇ ਉਹ ਪ੍ਰੋਡਕਸ਼ਨ ਹੁੰਦੀ ਆ ਜਾਂ ਖਾਦ ਦੇ ਨਾਲ ਜੁੜਿਆ ਕੋਈ ਵਣਜ ਵਪਾਰ ਆ, ਖਾਦ ਪਦਾਰਥ ਆ, ਉਹਦੇ ਨਾਲ ਜੁੜਿਆ ਕਾਨੂੰਨ ਦੋਨੇ ਬਣਾ ਸਕਦੇ ਆ। ਤਾਂ ਉਦੋਂ ਆਧਾਰ ਬਣਾ ਕੇ ਫੈਡਰਲ ਸਿਸਟਮ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਸੱਟ ਮਾਰੀ ਕਿ ਖੇਤੀ ਜਿਹੜਾ ਸਟੇਟ ਸਬਜੈਕਟ ਸੀਗਾ ਉਹਨੂੰ ਸਿੱਧੇ ਤੌਰ ਤੇ ਆ ਕੇ ਮਦੋਲ ਦਿੱਤਾ। ਫੈਡਰਲ ਸਿਸਟਮ ਦੀ ਸਭ ਤੋਂ ਵੱਡੀ ਧੱਜੀ ਰਾਜ ਸਭਾ ਦੇ ਵਿੱਚ ਉੱਡੀ ਹੈ ਕਿ ਨਾ ਕੋਈ ਰਾਏ ਸ਼ੁਮਾਰੀ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਜੋ 7ਵੀਂ ਸੂਚੀ ਦੀ ਸਟੇਟ ਸਬਜੈਕਟ ਦੀ ਖੇਤੀ ਦੀ ਗੱਲ ਸੀਗੀ, ਉੱਥੇ ਬਿਲਕੁਲ ਅਣਗੌਲਿਆਂ ਕਰ ਦਿੱਤੀ ਜਾਂਦੀ ਹੈ। ਕਿਸ ਢੰਗ ਦੇ ਨਾਲ ਇਸ ਬਿੱਲ ਨੂੰ ਪਾਸ ਕਰਾਇਆ ਜਾਂਦਾ ਉਹਦੀ ਗੱਲ ਹੀ ਨਹੀਂ ਕਰਦਾ ਕੋਈ ਵੈਸੇ ਤਾਂ। ਪਰ ਉਹ ਲੋਕਤੰਤਰਕ ਪ੍ਰਕਿਰਿਆ ਮੰਨਦੇ ਹੋ ਤੁਸੀਂ ਕਿ ਜਿਹੜਾ ਚੈਨਲ ਆ ਉਹਨੂੰ ਮਿਊਟ ਕਰ ਦਿੱਤਾ ਜਾਂਦਾ ਹੈ, ਜੇ ਡਿਵੀਜ਼ਨ ਦੀ ਗੱਲ ਆਉਂਦੀ ਉਹਨੂੰ ਰੱਦ ਕਰ ਦਿੱਤਾ ਜਾਂਦਾ ਹੈ, ਜੇ ਇਹ ਗੱਲ ਕਹੀ ਜਾਂਦੀ ਹੈ ਕਿ ਸੋਮਵਾਰ ਵੋਟਿੰਗ ਕਰਾ ਲਓ, ਕਹਿੰਦੇ ਕਿ ਨਹੀਂ, ਤੱਤ ਫੜ ਨਾ ਡਿਵੀਜ਼ਨ ਆ, ਨਾ ਤੁਸੀਂ ਅਗਲੇ ਦਿਨ ਵਾਸਤੇ ਵੋਟਿੰਗ ਕਰਦੇ ਹੋ, ਨਾ ਤੁਸੀਂ ਚੈਨਲ ਤੇ ਸਹੀ ਢੰਗ ਦੇ ਨਾਲ ਦਿਖਾਉਂਦੇ ਹੋ, ਡਿਵੀਜ਼ਨ ਹੋ ਜਾਂਦੀ। ਸਾਨੂੰ ਪਤਾ ਤਾਂ ਲੱਗਦਾ ਨਾ ਕਿ ਇੰਨੇ ਕਿਸਾਨ ਨੁਮਾਇੰਦੇ ਆ ਤੇ ਇੰਨੇ ਕਿਸਾਨ ਨੁਮਾਇੰਦਿਆਂ ਦੇ ਵਿੱਚੋਂ ਜਿਹੜੇ ਆ ਉਹ ਇੱਧਰ ਕਿੰਨੇ ਖਲੋਤੇ, ਇੱਧਰ ਕਿੰਨੇ ਖਲੋਤੇ ਆ, ਤਾਂ ਕੀ ਇਹ ਲੋਕਤੰਤਰਿਕ ਪ੍ਰਣਾਲੀ ਹੈ? ਮੇਰੇ ਤਾਂ ਕਈ ਸਵਾਲ ਹੈ ਇਸ ਚੀਜ਼ ਬਾਰੇ। ਮਿੰਟੂ ਭਾਈ ਤੁਸੀਂ ਰਿਪੇਰੀਅਨ ਲਾ ਦੀ ਗੱਲ ਕੀਤੀ ਆ, ਪੰਜਾਬ ਦੇ ਕੁਝ ਲੀਡਰ ਕਹਿ ਰਹੇ ਸੀ ਕਿ ਪੰਜਾਬ ਸਰਕਾਰ ਨੂੰ ਜਿਹੜਾ ਆ ਦੂਜੇ ਸੂਬਿਆਂ ਨੂੰ, ਰਾਜਸਥਾਨ ਨੂੰ ਤੇ ਦਿੱਲੀ ਨੂੰ ਜਿਹੜਾ ਆ ਪਾਣੀ ਦਾ ਬਿੱਲ ਭੇਜਣਾ ਚਾਹੀਦਾ। ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਇਹ ਗੱਲ ਆਖਦੇ ਆ ਕਿ ਜੇ ਸਾਨੂੰ ਹਿਮਾਚਲ ਨੇ ਪਾਣੀ ਦਾ ਬਿੱਲ ਭੇਜਤਾ ਤਾਂ ਅਸੀਂ ਕੀ ਕਰਾਂਗੇ। ਤੁਹਾਨੂੰ ਕੀ ਲੱਗਦਾ ਜਿਨ੍ਹਾਂ ਨੂੰ ਰਿਪੇਰੀਅਨ ਲਾ ਦਾ ਹੀ ਨਹੀਂ ਪਤਾਗਾ ਉਹ ਹੱਕ ਲੈਣਗੇ ਸਾਡੇ? ਇਹਨਾਂ ਦੇ ਪਿੰਡ ਨੂੰ ਨਹਿਰ ਜਾਂਦੀ ਆ, ਮੈਂ ਚੰਗੀ ਤਰ੍ਹਾਂ ਜਾਣਦਾ, ਮੇਰੇ ਗਵਾਂਢੀ ਆ। ਇਹ ਐਕਸਟਰਾ ਮੋਗਾ ਲੱਗ ਜਾਵੇ ਤੇ ਇਹਨਾਂ ਦੇ ਭਾਦੀਆਂ ਬਣ ਜਾਂਦੀਆਂ ਨੇ। ਇਹਨਾਂ ਨੂੰ ਪੁੱਛ ਲਿਓ ਕਿਤੇ ਤੁਹਾਨੂੰ ਮਿਲਣ ਨਾ ਕਿ ਜਦੋਂ ਮੋਗਾ ਕੋਈ ਨਵਾਂ ਪਿੰਡ ਲਵਾਉਂਦਾ, ਮਲੂਕਾ ਨਹਿਰ ਦੇ ਵਿੱਚੋਂ ਨਾਂ ਯਾਦ ਰੱਖ ਲਿਓ, ਮਲੂਕਾ ਨਹਿਰ 'ਚੋਂ ਜਦੋਂ ਮੋਗਾ ਲੱਗਦਾ ਤੇ ਤੁਹਾਡੇ ਬੰਦੇ ਇੱਥੇ ਆ ਕੇ ਅਗਲੇ ਦਾ ਗਲ ਘੁੱਟਣ ਤੱਕ ਜਾਂਦੇ ਆ ਕਿ ਤੂੰ ਮੋਗਾ ਕਿਵੇਂ ਲਵਾ ਲਿਆ। ਤੇ ਇੱਥੇ ਇੱਕ ਸਟੇਟ ਦੀ ਮਾਲਕੀਅਤ ਦਾ ਮਾਮਲਾ ਹੈ, ਤੁਸੀਂ ਉਸ ਨੂੰ ਇਸ ਚੀਜ਼ ਨਾਲ ਜੋੜ ਰਹੇ ਹੋ। ਮੈਂ ਜਿਵੇਂ ਕਹਿ ਰਿਹਾ, ਫਿਰ ਤਾਂ ਚਾਈਨਾ ਦਾ ਹੱਕ ਬਣਦਾ, ਫਿਰ ਤੁਸੀਂ ਉੱਥੇ ਕਿਉਂ ਰੌਲਾ ਪਾਉਂਦੇ ਹੋ? ਫਿਰ ਤਾਂ ਤੁਹਾਡਾ ਦਾਅਵਾ ਹੀ ਖਾਰਜ ਹੋ ਜਾਂਦਾ ਕਿ ਬ੍ਰਹਮਪੁੱਤਰ ਤੇ ਉਹ ਜੇ 4 ਡੈਮ ਬਣਾਉਂਦੇ ਤੇ 40 ਬਣਾ ਲੈਣ। ਤੁਸੀਂ ਕਿਉਂ ਰੋਂਦੇ ਹੋ?
ਫਿਰ ਤੁਸੀਂ ਕਿਉਂ ਰੋਂਦੇ ਹੋ? ਸੋ ਰਾਈਪੇਰੀਅਨ ਸਿਧਾਂਤ ਬਾਰੇ ਪੜ੍ਹਨ ਦੀ ਜ਼ਰੂਰਤ ਆ, ਵੇਖਣ ਦੀ ਜ਼ਰੂਰਤ ਆ। ਇਹ ਨਹੀਂ ਹੈ ਕਿ ਇਹ ਸਿੱਖਾਂ ਵਾਸਤੇ ਆ ਯਾਰ ਜਾਂ ਇਹ ਮੁਸਲਮਾਨਾਂ ਵਾਸਤੇ ਆ, ਸਾਰਿਆਂ ਦਾ। ਪਾਣੀ, ਸਾਡੀ ਜ਼ਮੀਨ, ਸਾਡੇ ਇਹ ਜਿਹੜੇ ਕਿਸਾਨ ਆ, ਕਿਸਾਨ ਨਾਲ ਜੁੜੀਆਂ ਜਿਹੜੀਆਂ ਫਸਲਾਂ ਨਾਲ ਜੁੜਿਆ ਜਿਹੜਾ ਬਾਜ਼ਾਰ ਹੈ, ਉਹ ਸਾਡਾ ਸਾਰਿਆਂ ਦਾ ਹੈ। ਇੱਕ ਰੇਹੜੀ ਵਾਲੇ ਤੋਂ ਲੈ ਕੇ ਇੱਕ ਆੜਤ ਵਾਲੇ ਤੱਕ, ਇੱਕ ਸ਼ੈਲਰ ਤੱਕ, ਟਰਾਂਸਪੋਰਟਰ ਤੱਕ, ਉਹ ਸਾਰਾ ਬਿਜ਼ਨਸ ਇਸੇ ਚੀਜ਼ ਨਾਲ ਜੁੜਿਆ ਵਾ। ਤਾਂ ਰਾਈਪੇਰੀਅਨ ਸਿਧਾਂਤ ਹੈ ਜਿਹੜਾ, ਜਾਂ ਤਾਂ ਤੁਸੀਂ ਉਹ ਖਾਰਜ ਕਰਦੇ ਹੋ ਚਾਈਨਾ ਵਾਲੇ ਦਾਅਵੇ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ, ਜਾਂ ਤੁਸੀਂ ਕਵੇਰੀ ਵਾਲੇ ਮਾਮਲੇ 'ਚ ਕਹਿੰਦੇ ਹੋ, ਜਾਂ ਫਿਰ ਤੁਹਾਨੂੰ ਦੁਬਾਰਾ ਇੱਕ ਵਾਰੀ ਨਾ ਆਪਣਾ ਸਿਧਾਂਤਕ ਸਟੈਂਡ ਹੈ ਜਿਹੜਾ ਚੈੱਕ ਕਰਨ ਦੀ ਜ਼ਰੂਰਤ ਹੈ। ਤਾਂ ਮਿੰਟੂ ਬਾਈ, ਅਗਲੀ ਰਣਨੀਤੀ ਕਿਹੜੀ ਜਿਹੜੀ ਅਪਣਾਉਣ ਦੀ ਲੋੜ ਆ ਤਾਂ ਜੋ ਇਹ ਸੰਘਰਸ਼ ਨੂੰ ਜਿਹੜਾ ਆ ਸਿਰੇ ਲਾਇਆ ਜਾ ਸਕੇ? ਦੇਖੋ, ਰਣਨੀਤੀਆਂ ਜਿਹੜੀਆਂ ਬਣਾਉਣ ਦਾ ਕੰਮ ਹੈ ਉਹ ਕਿਸਾਨ ਜਿਹੜੇ ਮੋਹਤਬਾਰ ਹੈ, ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਹੈ, ਉਹ ਉਹਨਾਂ ਦੇ ਹੱਥ ਹੈ। ਉਹ ਆਪਾਂ ਨਹੀਂ ਕਹਿ ਸਕਦੇ, ਉਹਨਾਂ ਨੂੰ ਆਪਾਂ ਮੱਤ ਨਹੀਂ ਦੇ ਸਕਦੇ। ਪਰ ਠੀਕ ਹੈ ਕਿ ਐਡਾ ਵੱਡਾ ਅੰਦੋਲਨ, ਇਹ ਅੰਦੋਲਨ ਨਹੀਂ ਹੈ ਬੇਸਿਕਲੀ। ਇਹ ਇਸ ਵੇਲੇ ਜੇ ਤੁਸੀਂ ਦੇਖੋਗੇ, ਇੰਡੀਆ ਦੀ ਇੱਕ ਵਾਹਿਦ ਆਰਥਿਕ ਲੜਾਈ ਹੈ, ਆਰਥਿਕ ਬਾਜ਼ਾਰ ਬਚਾਉਣ ਦੀ ਲੜਾਈ ਆ। ਤਾਂ ਇਹ ਲੜਾਈ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਬਹੁਤ ਲੰਬੀ ਚੱਲੇਗੀ। ਔਰ ਇੰਡੀਆ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਤਗੜੀਆਂ ਕਿਸਾਨ ਮੂਵਮੈਂਟਾਂ ਨੇ, ਚਾਹੇ ਉਹ ਹੈਗਾ ਸੀਗਾ ਲਾ ਲਓ ਮੁਜ਼ਾਹਰਾ ਲਹਿਰ ਵਾਲਾ ਪ੍ਰੋਟੈਸਟ, ਚਾਹੇ ਉਹ ਹੈਗਾ ਸੀਗਾ ਇੱਕ ਬਹੁਤ ਅਮੀਰ ਬੰਦਿਆਂ ਵਾਸਤੇ ਖੁਸ਼ ਹੈਸੀਅਤ ਟੈਕਸ ਉਹਦਾ ਸੀਗਾ ਕੁਛ, ਫਿਰ ਪਗੜੀ ਸੰਭਾਲ ਜੱਟਾ, ਉਹ ਇਤਿਹਾਸ ਦੇ ਵਿੱਚ ਲਿਖੀਆਂ ਨੇ। ਤਾਂ ਮੇਰੇ ਖਿਆਲ ਦੇ ਨਾਲ ਮੇਰਾ ਮੰਨਣਾ ਹੈ ਕਿ ਇਹ ਜਿਹੜੀ ਲੜਾਈ ਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਸ਼੍ਰੇਣੀ ਦੇ ਵਿੱਚ ਆਊਗੀ। ਤਾਂ ਲੰਮਾ ਸਮਾਂ ਹੋ ਗਿਆ ਸੰਘਰਸ਼ ਨੂੰ ਚੱਲਦਿਆਂ, ਲਗਭਗ 2 ਮਹੀਨੇ ਹੋ ਗਏ ਆ। ਤੁਸੀਂ ਆਰਥਿਕਤਾ ਦੀ ਗੱਲ ਕਰਦੇ ਹੋ ਵੀ ਆਰਥਿਕ ਲੜਾਈ ਹੈ, ਪਰ ਕੁਝ ਜਿਹੜੇ ਲੀਡਰ ਕਹਿ ਰਹੇ ਆ, ਕੁਝ ਆਗੂ ਕਹਿ ਰਹੇ ਆ ਕਿ ਪੰਜਾਬ ਦੀ ਜਿਹੜੀ ਲੜਾਈ ਹੈ ਇਹ ਹੋਂਦ ਦੀ ਲੜਾਈ ਆ ਪੰਜਾਬ ਦੀ ਅਸਲ ਦੇ ਵਿੱਚ। ਨਹੀਂ, ਹੋਂਦ ਵੀ ਤੁਹਾਡੀ ਆਰਥਿਕਤਾ ਦੇ ਨਾਲ ਜੁੜੀ ਆ ਨਾ, ਆਰਥਿਕਤਾ ਦੇ ਨਾਲ ਜੁੜੀ ਆ ਤੁਹਾਡੀ ਹੋਂਦ। ਅਸਲ ਦੇ ਵਿੱਚ ਕੀ ਆ ਕਿ ਦੇਖੋ, 2 ਚੀਜ਼ਾਂ ਹੁੰਦੀਆਂ ਨੇ ਕਿਸੇ ਕੌਮ ਕੋਲੇ। ਇੱਕ ਹੁੰਦੀ ਹੈ ਇੱਕ ਪੋਲੀਟੀਕਲ ਪਾਵਰ। ਪੋਲੀਟੀਕਲ ਪਾਵਰ ਤੋਂ ਭਾਵ ਕਸ਼ਮੀਰ ਦੇ ਵਿੱਚ ਉਹਨਾਂ ਕੋਲ ਇੱਕ ਪੋਲੀਟੀਕਲ ਪਾਵਰ ਸੀ, ਆਟੋਨੋਮਸ ਸਟੇਟ ਸੀਗੀ ਨਾ, ਉਹ ਖੁਦ ਮੁਖਤਿਆਰ ਸਟੇਟ ਸੀ, ਉਹਨਾਂ ਕੋਲ ਇੱਕ ਪੋਲੀਟੀਕਲ ਪਾਵਰ ਸੀ ਉਸ ਕੌਮ ਕੋਲ। ਤਾਂ ਉਹਨੂੰ ਕੀ ਕੀਤਾ ਕਿ ਉਸ ਪਾਵਰ ਤੋਂ ਲੈਸ ਕਰ ਦਿੱਤਾ ਗਿਆ। ਅੱਜ ਕੀ ਆ, ਉਹ ਉਹਨਾਂ ਕੋਲ ਆਪਣੀ ਵਿਧਾਨ ਸਭਾ ਦੀ ਅਸੈਂਬਲੀ ਨਹੀਂ, ਜੇ ਦੇਣਗੇ ਵੀ ਤਾਂ ਬਹੁਤ ਔਖੀ ਦੇਣਗੇ। ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਨੂੰ ਯੂਟੀ 'ਚ ਬਦਲ ਦਿੱਤਾ ਗਿਆ। ਤਾਂ ਅੱਜ ਉਹ ਪੋਲੀਟੀਕਲ ਪਾਵਰ ਲੈਸ ਨੇ, ਠੀਕ ਹੈ। ਜੇ ਆਰਥਿਕ ਦੇ ਪੱਖ ਤੋਂ ਦੇਖੋਗੇ ਤਾਂ ਜੇ ਤੁਸੀਂ ਇੱਦਾਂ ਕਿਸੇ ਕੌਮ ਦੀ ਆਰਥਿਕ ਪਾਵਰ ਉਹ ਖੋਹ ਲੈਂਦੇ ਹੋ, ਉਹਨੂੰ ਆਰਥਿਕ ਪਾਵਰਲੈਸ ਕਰ ਦਿੰਦੇ ਹੋ, ਤਾਂ ਮਸਲਾ ਫਿਰ ਕਿੱਥੇ ਆ ਗਿਆ? ਮਸਲਾ ਤਾਂ ਉਹੀ ਆ ਗਿਆ ਨਾ ਜੋ ਤੁਹਾਡੀ ਹੋਂਦ ਹਸਤੀ ਆ ਤੁਹਾਡੀ। ਸੋ ਇਸ ਕਰਕੇ ਕੁਝ ਲੋਕ ਕਹਿ ਰਹੇ ਨੇ, ਤਾਂ ਮੈਂ ਸਮਝਦਾ ਕਿ ਹੋਂਦ ਤਾਂ ਨਹੀਂ ਮਿਟਣ ਵਾਲੀ। ਮੈਂ ਉਸ ਚੀਜ਼ ਨਾਲ ਐਗਰੀ ਨਹੀਂ ਹੈ, ਇਹਨਾਂ ਦੀ ਹੋਂਦ ਨਹੀਂ ਮਿਟਣੀ। ਇਹ ਤਾਂ ਦੇਖੋ, ਜੇ ਕੋਈ ਗੱਲਬਾਤ ਹੈ ਤਾਂ ਦੇਖ ਲੈਣਾ। ਦੇਖੋ, ਸਾਡੇ ਨੌਜਵਾਨ ਆ, ਉਹ ਇੱਕ ਛਾਲ ਨਹੀਂ ਛਾਲ ਚਕਾਤੀ ਹੈ ਨਾ, ਇੱਕ ਮੁੰਡੇ ਦੀ ਛਾਲ ਨੇ, ਹੈ ਨਾ। ਸੋ ਸਾਡੀ ਹੋਂਦ ਜਿਹੜੀ ਆ ਉਹ ਨਹੀਂ ਮਿਟੇਗੀ। ਹੋਂਦ ਨੂੰ ਖਤਰਾ, ਠੀਕ ਆ। ਮੈਂ ਜਿਵੇਂ ਕਿਹਾ ਕਿ ਆਰਥਿਕਤਾ ਦੇ ਨਾਲ ਵੀ ਕਈ ਵਾਰ ਤੁਹਾਡੀ ਪਾਵਰ ਜੁੜੀ ਹੁੰਦੀ ਆ। ਉਸ ਚੀਜ਼ ਨੂੰ ਲੈ ਕੇ ਸ਼ਾਇਦ ਕਿਹਾ ਜਾ ਸਕਦਾ ਹੈ ਕਿ ਆਰਥਿਕ ਹੋਂਦ ਸਾਡੀ ਜਿਹੜੀ ਉਹ ਖਤਰੇ 'ਚ ਪਾਈ ਜਾ ਰਹੀ ਹੈ। ਪਰ ਜੇ ਕੋਈ ਆਖੇ ਕਿ ਸਾਡੇ ਸਾਰੇ ਸਿਰ ਹੀ ਮਿਟਾ ਦੂਗਾ ਕੋਈ, ਐਸਾ ਜ਼ੁਲਮ ਬਹੁਤ ਲੋਕਾਂ ਨੇ ਕਰਕੇ ਦੇਖ ਲਿਆ। ਸਦੀਆਂ ਤੱਕ ਇਸ ਜ਼ੁਲਮ ਦੇ ਨਾਲ ਇਹ ਲੜਨ ਵਾਲੇ ਲੋਕ ਆ, ਹਾਰ ਨਹੀਂ ਮੰਨਣਗੇ। ਮਿੰਟੂ ਭਾਈ, ਆਖਰੀ ਸਵਾਲ ਆ ਮੇਰਾ, ਸੰਖੇਪ ਦੇ ਵਿੱਚ ਮੈਂ ਉੱਤਰ ਚਾਹੁੰਦਾ। ਦੇਸ਼ ਨੂੰ ਕਿਤੇ ਨਾ ਕਿਤੇ ਜਿਹੜਾ ਭਗਵੇਂ ਰੰਗ ਦੇ ਵਿੱਚ ਰੰਗਿਆ ਜਾ ਰਿਹਾ, ਲੱਗਦਾ ਵੀ ਪੰਜਾਬ ਨੂੰ ਵੀ ਰੰਗਿਆ ਜਾ ਸਕੂ, ਉਹਦਾ ਇਹ ਪਹਿਲਾ ਜਿਹੜਾ ਪੱਤਾ ਹੋ ਸਕਦਾ? ਕਦੇ ਨਹੀਂ। ਇੰਦਰਾ ਗਾਂਧੀ ਜ਼ੋਰ ਲਾ ਹਟੀ, ਇਹ ਤਾਂ ਨਹੀਂ ਸੂਤ ਆਏ, ਹੈ ਨਾ। ਜੇ ਤੁਸੀਂ ਦੇਖੋਗੇ ਤਾਂ ਮਨਮੋਹਨ ਸਿੰਘ ਦੀ ਸਰਕਾਰ ਚੱਲਦੀ ਸੀ ਤਾਂ ਇੱਥੇ ਉਲਟ ਚੱਲਦੀ ਸੀਗੀ। ਮੋਦੀ ਆਇਆ, ਇੱਥੇ ਉਲਟ ਚੱਲੀ ਆ। ਜੋ ਮਰਜ਼ੀ ਕਰ ਲੈਣ। ਔਰ ਇਹ ਹੁਣ ਭਾਵੇਂ ਤੱਤੇ ਤਵੇ ਤੇ ਵੀ ਬਹਿ ਜਾਣ, ਸਾਰਾ ਕੁਝ ਕਰ ਵੀ ਦੇਣ, ਪੰਜਾਬੀ ਇਹਨਾਂ ਨੂੰ ਨਹੀਂ ਮੰਨਣਗੇ ਆਪਣਾ, ਕਿਉਂਕਿ ਇੰਨੀ ਜ਼ਲਾਲਤ ਦੇਣੀ ਕਿਸੇ ਨੂੰ ਯਾਰ, ਇੰਨਾ ਜ਼ਿਆਦਾ ਉਹਨਾਂ ਨੂੰ ਤੰਗ ਕਰਨਾ, ਉਹ ਕਦੇ ਆਪਣਤ ਨਹੀਂ ਦੇਣਗੇ ਤੁਹਾਨੂੰ। ਮੈਨੂੰ ਪੱਕਾ ਯਕੀਨ ਹੈ ਕਿ ਜਿਹੜੀ ਭਗਵਾਂ ਲਹਿਰ ਹੈ ਉਹ ਇੱਕ ਨਾ ਇੱਕ ਦਿਨ ਤੇ ਬਹੁਤ ਲਹਿਰਾਂ ਉੱਠੀਆਂ ਨੇ। ਜੇ ਤੁਸੀਂ ਦੇਖੋਗੇ ਇਹ ਸਮਾਂ ਆਉਂਦਾ ਹੀ ਆ, ਹਰੇਕ 20-30 ਸਾਲ ਬਾਅਦ ਸਮਾਂ ਬਦਲਦਾ ਹੈ। ਜਿਵੇਂ ਲਾ ਲਓ ਕਿ 2010-12 ਤੋਂ ਪਿੱਛੇ ਦੇਖ ਲਓ, ਉਸ ਸਦੀ ਦਾ ਜਿਹੜਾ ਇਹ ਦਹਾਕਾ ਹੈ, ਇਸ ਸਦੀ ਦਾ, ਉਸ ਦਹਾਕੇ ਦੇ ਵਿੱਚ ਇੱਕ ਵੱਖਰਾ ਤਰ੍ਹਾਂ ਦਾ ਦੌਰ ਸੀ। ਹੁਣ ਵੱਖਰਾ ਦੌਰ ਆ, ਪਰ ਇਸ ਦੌਰ ਦਾ ਵੀ ਅੰਤ ਹੋ ਜਾਊਗਾ। ਪੰਜਾਬੀ ਮੇਰੇ ਖਿਆਲ ਦੇ ਨਾਲ ਇਹ ਭਗਵਾਂ ਰੰਗ ਹੈ ਜਿਹੜਾ, ਠੀਕ ਹੈ, ਰੰਗ ਸਾਰੇ ਉਹ ਇੱਕੋ ਜਿਹੇ ਹੀ ਆ। ਪਰ ਇਸ ਜੇ ਤੁਸੀਂ ਕਹੋ ਕਿ ਸਾਰਾ ਸੁਹਾਗਾ ਫੇਰ ਕੇ ਤੇ ਉੱਤੇ ਭਗਵਾਂ ਰੰਗ ਹੀ ਵਿਛਾ ਦਿੱਤਾ ਜਾਵੇ, ਇਹ ਨਹੀਂ ਮੰਨਣਗੇ ਉਹ। ਬਹੁਤ ਬਹੁਤ ਧੰਨਵਾਦ ਬਾਈ। ਧੰਨਵਾਦ।
ਤਾਂ ਇਹ ਸੀਗੇ ਕਿ ਪੱਤਰਕਾਰ ਬਾਈ ਮਿੰਟੂ ਗੁਰੂਸਰੀਆ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਜਿਹੜਾ ਆ ਕਿਤੇ ਨਾ ਕਿਤੇ ਜਿਹੜੀ ਮੋਦੀ ਸਰਕਾਰ ਭਗਵਾਂ ਕਰਨ ਤੇ ਤੁਲੀ ਹੋਈ ਆ, ਪਰ ਪੰਜਾਬ ਨੂੰ ਜਿਹੜਾ ਆ ਭਗਵਾਂ ਨਹੀਂ ਕਰ ਸਕੂ, ਕਿਉਂਕਿ ਪੰਜਾਬੀ ਜਿਹੜੇ ਆ ਸ਼ੁਰੂ ਤੋਂ ਹੀ ਲੜਦੇ ਆਏ ਆ ਜ਼ਾਲਮਾਂ ਦੇ ਖਿਲਾਫ। ਜਿਹੜਾ ਅੱਜ ਵੀ ਜਿਹੜੇ ਆ ਇਹ ਇਕੱਠੇ ਹੋ ਕੇ ਲਾਮਬੰਦ ਹੋ ਚੁੱਕੇ ਨੇ ਤੇ ਜ਼ਾਲਮਾਂ ਦੇ ਖਿਲਾਫ ਜਿਹੜੇ ਆ ਖੜੇ ਨੇ। ਕੈਮਰਾਮੈਨ ਲੈਮਦੀਪ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਜ਼ਿੰਦਾਬਾਦ ਚੈਨਲ, ਡੂਮ ਵਾਲੀ ਬਾਰਡਰ।